ਗੁਰਦੁਆਰਿਆਂ ਦੇ ਪ੍ਰਬੰਧਕ ਠੀਕ ਨਾ ਹੋਣ ਕਰਕੇ ਮਰਿਆਦਾ ਲਾਗੂ ਨਹੀਂ ਹੈ। ਉਹ ਇਸਾਂ ਦੀ ਬੇਅਦਬੀ ਕਰਨੀ, ਇਹ ਤਨਖਾਹੀਏ ਤੇ ਪੱਤਰ ਪਾਉਣੇ ਵਿੱਚ ਆਉਂਦੀ ਨੇ ਸਾਰੀਆਂ ਗੱਲਾਂ। ਉਹਨਾਂ ਨੂੰ ਆਪ ਹੀ ਗੁਰਦੁਆਰੇ ਪ੍ਰਬੰਧਕ ਦੇ ਵਿੱਚੋਂ ਬਾਹਰ ਹੋ ਜਾਣਾ ਚਾਹੀਦਾ। ਪ੍ਰਾਪਰਟੀਆਂ ਸਾਡੀ ਕੌਮ ਦਾ ਕੀਮਤੀ ਸਰਮਾਇਆ ਲੁੱਟਿਆ ਪੁੱਟਿਆ ਗਿਆ। ਕੋਈ ਨਹੀਂ ਬੋਲਿਆ। ਵੱਡਾ ਇੱਕ ਹਮਲਾ ਜਿਹੜਾ ਆ ਸਿੱਖ ਕੌਮ ਦੇ ਉੱਤੇ ਜਾਂ ਪੰਜਾਬੀਅਤ ਦੇ ਉੱਤੇ ਕੀਤਾ। ਪੰਥ ਨੇ ਕੈਲੰਡਰ ਤਿਆਰ ਕੀਤਾ ਜਿਹਦੇ ਨਾਲ ਅੰਗਰੇਜ਼ੀ ਮਹੀਨੇ ਤੇ ਦੇਸੀ ਮਹੀਨੇ ਦੀਆਂ ਦੋਨੋਂ ਡੇਟਾਂ ਬਰਾਬਰ ਆਉਂਦੀਆਂ। ਕਿਸੇ ਨੂੰ ਤਕਲੀਫ ਕੀ ਹੈ ਇਹਦੇ ਵਿੱਚ, ਦਿੱਕਤ ਕੀ ਹੁੰਦੀ ਹੈ, ਕਿਉਂ ਮਜਬੂਰ ਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਸੀ ਸਾਂਝ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਇਸ ਵੇਲੇ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਿੰਘ ਸਭਾ, ਰੇਲਵੇ ਪਟਰੀ, ਟਾਹਲੀ ਮੋੜ। ਅੱਜ ਤੁਹਾਡੇ ਨਾਲ ਅਸੀਂ ਰੂਬਰੂ ਕਰਾਉਣ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਜੰਮੂ ਕਸ਼ਮੀਰ ਦੇ ਵਿੱਚ DGPC ਦੀ ਇਲੈਕਸ਼ਨਸ ਦਾ ਜਿਹੜਾ ਦੌਰ ਚੱਲ ਰਿਹਾ ਹੈ। ਹਲਕਾ ਦਰਸੋਪੁਰ, ਇਸ ਹਲਕੇ ਦੇ ਵਿੱਚੋਂ ਜਿਹੜੇ ਨੁਮਾਇੰਦੇ ਖੜੇ ਹੋਏ ਨੇ, ਪ੍ਰਿੰਸੀਪਲ ਦਵਿੰਦਰਪਾਲ ਸਿੰਘ ਜੀ, ਅੱਜ ਅਸੀਂ ਤੁਹਾਨੂੰ ਉਹਨਾਂ ਦੇ ਰੂਬਰੂ ਕਰਾਵਾਂਗੇ। ਤਾਂ ਆਓ ਸਭ ਤੋਂ ਪਹਿਲੇ ਇਹਨਾਂ ਦਾ ਸਵਾਗਤ ਕਰੀਏ। ਪ੍ਰਿੰਸੀਪਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਪਸੀ ਸਾਂਝ ਟੀਵੀ ਤੇ। DGPC ਇਲੈਕਸ਼ਨ ਤੁਹਾਨੂੰ ਪਤਾ ਹੈ ਜੋ ਜ਼ੋਰ ਚੱਲ ਰਿਹਾ ਹੈ। ਤੁਸੀਂ ਵੀ DGPC ਇਲੈਕਸ਼ਨ ਦੇ ਕੰਟੈਸਟੈਂਟ ਹੋ। ਇੱਕ ਪ੍ਰਿੰਸੀਪਲ ਹੋਣ ਦੇ ਨਾਤੇ ਤੁਸੀਂ ਆਲਰੇਡੀ ਇੱਕ ਜੌਬ ਦੇ ਵਿੱਚ ਚੱਲ ਰਹੇ ਹੋ। ਤੁਹਾਨੂੰ ਮਤਲਬ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਖਿਆਲ ਆਇਆ ਕਿ ਤੁਸੀਂ ਵੀ ਇਸ ਪਾਸੇ ਵੱਲ ਨੂੰ ਥੋੜ੍ਹਾ ਜਿਹਾ ਆਪਣਾ ਜਿਹੜਾ ਹੈ ਉਹ ਹਿੱਸਾ ਪਾਓ? ਮੈਂ ਸਭ ਤੋਂ ਪਹਿਲਾਂ ਆਪਸੀ ਸਾਂਝ ਚੈਨਲ ਦਾ ਸਵਾਗਤ ਕਰਦਾ, ਧੰਨਵਾਦੀ ਵੀ ਹਾਂ ਜਿਹੜੇ ਇਸ ਇਲੈਕਸ਼ਨ ਦੇ ਦੌਰਾਨ ਸਾਡੀ ਆਵਾਜ਼, ਸਾਡੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਵਾ ਰਹੇ ਨੇ। ਇਹਦੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ। ਜਿਹੜਾ ਸਵਾਲ ਤੁਸੀਂ ਕੀਤਾ, ਉਹ ਤਾਂ ਪਹਿਲਾ ਜਵਾਬ ਇਹ ਹੈ ਕਿ ਚੋਣਾਂ ਸਿੱਖ ਧਰਮ ਦੇ ਹਿੱਸੇ ਆਈਆਂ। ਇਹ ਇੱਕ ਮੰਦਭਾਗੀ ਗੱਲ ਹੈ। ਚੋਣਾਂ ਦੇ ਰਾਹੀਂ ਅੱਛੇ ਪ੍ਰਬੰਧਕ ਨਹੀਂ ਚੁਣੇ ਜਾਂਦੇ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚੱਲੀ ਸੀ, ਗੁਰਦੁਆਰੇ ਆਜ਼ਾਦ ਕਰਵਾਏ ਗਏ ਸਨ। ਅੱਜ ਮੁੜ ਉਹ ਹਾਲਤ ਹੈ। ਗੁਰਦੁਆਰਾ ਪ੍ਰਬੰਧ ਦਾ ਨਿਜ਼ਾਮ ਤੇ ਸਿਸਟਮ ਜੋ ਸਾਰੀ ਸੰਗਤ ਜਾਣਦੀ ਹੈ, ਉਸ ਨੂੰ ਠੀਕ ਕਰਨ ਲਈ 9-10 ਜਥੇਬੰਦੀਆਂ, ਇਸਤਰੀ ਸਤਸੰਗ ਸਭਾਵਾਂ, ਗੱਤਕਾ ਅਖਾੜਾ ਸਭਾਵਾਂ ਨੇ, ਸਾਰੇ ਪੰਥਕ ਲੋਕਾਂ ਨੇ ਮੈਨੂੰ ਪ੍ਰੇਰਨਾ ਦਿੱਤੀ, ਹੁਕਮ ਕੀਤਾ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਹਿੱਸਾ ਲਓ ਅਤੇ ਅੱਗੇ ਜਾ ਕੇ ਸਿਸਟਮ ਦਾ ਸੁਧਾਰ ਕਰੋ। ਪਹਿਲਾਂ ਤਾਂ ਮੇਰਾ ਵਿਚਾਰ ਨਹੀਂ ਸੀ, ਪਰ ਮੈਂ ਹੁਕਮ ਸਿਰ ਮੱਥੇ ਮੰਨਦੇ ਹੋਏ ਸਾਰੀਆਂ ਸੰਸਥਾਵਾਂ ਦਾ ਸਤਿਕਾਰ ਕਰਦਾ ਹੋਇਆ, ਇਹਨਾਂ ਬੁੱਧੀਜੀਵੀਆਂ ਦਾ, ਇਹਨਾਂ ਪੰਥਕ ਲੋਕਾਂ ਦਾ ਮੈਂ ਹਾਮੀ ਭਰ ਕੇ ਚੋਣ ਮੈਦਾਨ ਵਿੱਚ ਆਇਆ, ਤਾਂ ਕਿ ਜੋ ਨਿਗਾਰ ਆ ਚੁੱਕਿਆ ਗੁਰਦੁਆਰਾ ਪ੍ਰਬੰਧ ਦੇ ਵਿੱਚ। ਗੁਰਦੁਆਰੇ ਧਰਮ ਪ੍ਰਚਾਰ ਦੇ ਕੇਂਦਰ ਸਨ, ਪਰ ਰਾਜਨੀਤਿਕ ਇਹਨਾਂ ਵਿੱਚ ਪ੍ਰਬਲ ਹੋ ਚੁੱਕੀ ਹੈ। ਇਸ ਸਿਸਟਮ ਨੂੰ ਠੀਕ ਕਰਨ ਵਾਸਤੇ ਮੈਂ ਚੋਣ ਮੈਦਾਨ ਵਿੱਚ ਆਇਆ। ਅੱਗੇ ਸਹਿਯੋਗ ਮੈਨੂੰ ਸੰਗਤ ਦਾ ਚਾਹੀਦਾ। ਜੀ, ਬਹੁਤ ਵਧੀਆ। ਤੁਹਾਨੂੰ ਦੱਸ ਦਈਏ ਔਰ ਸੰਗਤਾਂ ਨੂੰ ਵੀ ਜਾਣਕਾਰੀ ਲਈ ਦੱਸ ਦਈਏ ਕਿ ਅਸੀਂ ਇਹ ਸਥਾਨ ਕਿਉਂ ਚੁਣਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਇਹ ਸਥਾਨ ਅਸੀਂ ਇਸ ਕਰਕੇ ਚੁਣਿਆ ਕਿ ਜਿਹੜੇ ਕੰਟੈਸਟੈਂਟ, ਜਿਹੜੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਂਬਰ ਚੁਣ ਕੇ ਆਉਣਗੇ, ਉਹਨਾਂ ਦਾ ਜਿਹੜਾ ਬੋਲਣ ਦਾ ਸੁਭਾਅ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਸਾਫ਼ ਸੁਥਰਾ ਹੋਵੇਗਾ। ਅਗਰ ਉਹ ਕੁਝ ਇਸ ਤੋਂ ਬਾਹਰ ਜਾਣਗੇ ਤਾਂ ਉਹ ਉਹਨਾਂ ਦੇ ਆਪਣੇ ਵਿਚਾਰ ਹੋਣਗੇ। ਤਾਂ ਭਾਈ ਸਾਹਿਬ ਜੀ, ਸਭ ਤੋਂ ਪਹਿਲਾ ਸਵਾਲ ਹੁਣ ਤੁਹਾਨੂੰ ਅਸੀਂ ਪੁੱਛੀਏ, ਜਿੱਦਾਂ ਕਿ ਤੁਸੀਂ ਮੈਨੀਫੈਸਟੋ ਦੇ ਵਿੱਚ ਵੀ ਕਾफ़ੀ ਚੀਜ਼ਾਂ ਲਿਖੀਆਂ ਨੇ, ਪਰ ਸੰਗਤ ਦੇ ਸਿੱਧੇ ਸਵਾਲ ਅਸੀਂ ਤੁਹਾਨੂੰ ਕਰ ਰਹੇ ਹਾਂ। ਤਾਂ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜੋ ਸਿੱਖ ਰਹਿਤ ਮਰਿਆਦਾ ਹੈ, ਅਕਾਲ ਤਖਤ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜੋ ਹੈ, ਉਹ ਆਮ ਤੌਰ 'ਤੇ ਜ਼ਿਆਦਾਤਰ ਗੁਰਦੁਆਰਿਆਂ ਦੇ ਵਿੱਚ ਪੂਰਨ ਤੌਰ 'ਤੇ ਲਾਗੂ ਨਹੀਂ ਹੈ। ਇਹ ਤੁਸੀਂ ਵੀ ਜਾਣਦੇ ਹੋ ਅਤੇ ਸੰਗਤ ਵੀ ਭਲੀ ਭਾਂਤੀ ਜਾਣਦੀ ਹੈ। ਇਸ ਨੂੰ ਪੂਰਨ ਤੌਰ 'ਤੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਲਾਗੂ ਕਰਾਉਣ ਦੇ ਵਿੱਚ ਜੇ ਤੁਹਾਨੂੰ ਅਸੀਂ ਕਹੀਏ ਤਾਂ ਤੁਸੀਂ ਕੀ ਯੋਗਦਾਨ ਪਾਓਗੇ? ਕਿਸ ਤਰ੍ਹਾਂ ਦਾ ਕੁਝ? ਬਹੁਤ ਵਧੀਆ ਸਵਾਲ ਆ ਤੁਹਾਡਾ। ਸਿੱਖ ਰਹਿਤ ਮਰਿਆਦਾ, ਮੈਂ ਇਹਦੀ ਬੇਸਿਕ ਦੱਸਦਿਆਂ, ਇਹ ਸਿੱਖਾਂ ਦਾ ਕਨਸਟੀਟਿਊਸ਼ਨ ਹੈ, ਸੰਵਿਧਾਨ ਹੈ।
ਸਿੱਖ ਕੌਮ ਦਾ, ਸਿੱਖ ਧਰਮ ਦਾ ਕੋਡ ਆਫ ਕੰਡਕਟ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਹੋਇਆ 1945 ਵਿੱਚ। 32 ਤੋਂ ਬਣਨਾ ਸ਼ੁਰੂ ਹੋਇਆ, ਇਹਦੇ ਖਰੜ ਤਿਆਰ ਹੋਏ, 45 ਵਿੱਚ ਲਾਗੂ ਹੋਇਆ। ਉਹਦੇ ਵਿੱਚ 4 ਸੰਸਕਾਰ ਨੇ ਔਰ ਜੀਵਨ ਦਾ ਸਾਰਾ ਇਹਦੇ ਵਿੱਚ ਸੰਵਿਧਾਨ ਹੈ ਕਿ ਸਿੱਖ ਨੇ ਆਪਣੇ ਜੀਵਨ ਦੇ ਵਿੱਚ, ਜਨਮ ਦੇ ਵਿੱਚ, ਮੌਤ ਵਿੱਚ, ਅੰਮ੍ਰਿਤ ਸੰਚਾਰ ਵਿੱਚ, ਆਨੰਦ ਸੰਸਕਾਰ ਦੇ ਵਿੱਚ ਕਿ ਕਿਸ ਤਰ੍ਹਾਂ ਕਰਨਾ ਤੇ ਕੀ ਕਰਨਾ। ਨਿੱਜੀ ਤੌਰ 'ਤੇ ਆਪਣੇ ਉੱਪਰ ਹੰਡਾਣਾ ਉਹ ਇੱਕ ਅਲੱਗ ਵਿਸ਼ਾ ਹੈ। ਗੁਰੂ ਘਰ ਹੈ ਹੀ ਪ੍ਰਚਾਰ ਦੇ ਕੇਂਦਰ ਨੇ। ਗੁਰੂ ਘਰਾਂ ਦੇ ਵਿੱਚ ਸੁਚੱਜੇ ਪ੍ਰਬੰਧਕਾਂ ਦਾ ਨਾ ਹੋਣਾ ਮਰਿਆਦਾ ਨਾ ਲਾਗੂ ਹੋਣ ਦੇ ਬਰਾਬਰ ਹੈ। ਸੁਚੱਜਾ ਪ੍ਰਬੰਧਕ ਸਿੱਖ ਰਿਆਤ ਮਰਿਆਦਾ ਅਨੁਸਾਰ ਹੀ ਗੁਰਦੁਆਰੇ ਦਾ ਪ੍ਰਬੰਧ ਚਲਾ ਰਿਹਾ ਹੈ। ਸੰਗਤ ਹੀ ਪ੍ਰਬੰਧ ਚੁਣਦੀ ਹੈ, ਪ੍ਰਬੰਧਕਾਂ ਨੂੰ ਚੁਣਦੀ ਹੈ, ਤਾਂ ਸੰਗਤ ਹੀ ਪ੍ਰਬੰਧਕਾਂ ਕੋਲੋਂ ਪੁੱਛੇ। ਮਰਿਆਦਾ ਦੀ ਹੋਈ ਉਲਟ ਕੋਈ ਵੀ ਗੱਲ ਉਹ ਸੰਗਤ ਸੁਚੇਤ ਹੋਣੀ ਚਾਹੀਦੀ ਹੈ। ਮੈਂ ਕਹਿੰਦਾ ਕਿ ਸਿੱਖ ਰਿਆਤ ਮਰਿਆਦਾ ਦੀ ਕਾਪੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹਰ ਸਿੱਖ ਦੇ ਘਰ ਵਿੱਚ ਹੋਣੀ ਚਾਹੀਦੀ ਹੈ। ਜੇ ਤਰੁੱਟੀ ਗੁਰਦੁਆਰੇ ਵਿੱਚ ਵੇਖੋ, ਪ੍ਰਬੰਧਕਾਂ ਨੂੰ ਹਰ ਇੱਕ ਸੰਗਤ ਦੇ ਵਿਅਕਤੀ ਜਾਂ ਮੈਂਬਰ ਨੂੰ ਪ੍ਰਬੰਧਕਾਂ ਕੋਲੋਂ ਪੁੱਛਣ ਦਾ ਪੂਰਾ ਹੱਕ ਹੈ। ਜਿਹੜੇ ਪ੍ਰਬੰਧਕ ਇਹਦੀ ਅਵੱਗਿਆ ਕਰਦੇ ਨੇ, ਇਹਦੀ ਉਲੰਘਣਾ ਕਰਦੇ ਨੇ, ਇਸਦੇ ਉਲਟ ਕਾਰਜ ਕਰਦੇ ਨੇ, ਅਸੀਂ ਉਹਨਾਂ ਤੋਂ ਜਵਾਬ ਦੇ ਮੰਗਾਂਗੇ। ਇਹ ਸਾਡਾ ਅਗਲਾ ਪ੍ਰੋਗਰਾਮ। ਇਸੇ ਸਵਾਲ ਦੇ ਨਾਲ ਇੱਕ ਜੁੜਦਾ ਸਵਾਲ ਹੈ ਕਿ ਜਿਵੇਂ ਕਿ ਤੁਸੀਂ ਪ੍ਰਬੰਧਕਾਂ ਦੇ ਬਾਰੇ 'ਚ ਕਿਹਾ, ਇੱਕ ਇਹ ਬਹੁਤ ਵੱਡੀ ਘਾਟ ਜਿਹੜੀ ਹੈ ਆਪਣੀ ਕੌਮ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਅੱਜ ਕੱਲ੍ਹ ਕਿ ਗੁਰਦੁਆਰਾ ਪ੍ਰਬੰਧ ਦੇ ਵਿੱਚ ਬੇਅਮਰਤੀਏ, ਪਤਿਤ ਜਾਂ ਤਨਖਾਹੀਏ ਇਸ ਤਰ੍ਹਾਂ ਦੇ ਬੰਦਿਆਂ ਦੀ ਜਿਹੜੀ ਹੈ ਉਹ ਜ਼ਿਆਦਾਤਰ ਜਿਹੜੀ ਹੈ ਉਹਨਾਂ ਨੂੰ ਹੀ ਇੱਥੇ ਵਿੱਚ ਵਾੜਿਆ ਜਾਂਦਾ ਹੈ। ਤੋ ਇਹਨਾਂ ਦੇ ਵਿੱਚ ਤੁਸੀਂ ਕੀ ਮਤਲਬ ਐਸਾ ਕੋਈ ਕਦਮ ਚੁੱਕੋਗੇ DGPC ਦੇ ਵਿੱਚ ਜਦੋਂ ਅਗਰ ਤੁਸੀਂ ਚੁਣੇ ਜਾਂਦੇ ਹੋ ਤੇ DGPC ਦੇ ਵਿੱਚ ਜਾ ਕੇ ਤੇ ਤੁਸੀਂ ਐਸਾ ਕੋਈ ਕਦਮ ਚੁੱਕੋਗੇ ਕਿ ਇਸ ਦੇ ਉੱਪਰ ਥੋੜ੍ਹੀ ਠੱਲ ਪਾਈ ਜਾਵੇ? ਗੁਰਦੁਆਰਾ ਸਿਰਲੇਖ ਹੇਠ ਮਰਿਆਦਾ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਜੀ। ਪ੍ਰਬੰਧ ਮੈਂ ਉਹੀ ਕਹਿ ਰਿਹਾ ਕਿ ਗੁਰਦੁਆਰਿਆਂ ਦਾ ਸਿਸਟਮ ਖਰਾਬ ਹੈ। ਜੀ ਜੀ। ਗੁਰਦੁਆਰਿਆਂ ਦੇ ਪ੍ਰਬੰਧਕ ਠੀਕ ਨਾ ਹੋਣ ਕਰਕੇ ਮਰਿਆਦਾ ਲਾਗੂ ਨਹੀਂ ਹੈ। ਜੀ ਜੀ। ਔਰ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਕਿਸੇ ਪ੍ਰਬੰਧਕ ਦਾ ਨਸ਼ਾ ਕਰਨਾ, ਕੇਸਾਂ ਨੂੰ ਰੰਗਣਾ, ਜੀ, ਕੇਸਾਂ ਦੀ ਬੇਅਦਬੀ ਕਰਨੀ, ਜੀ ਜੀ, ਇਹ ਤਨਖਾਹੀਏ ਅਤੇ ਪਤਿਤ ਪਾਉਣੇ ਵਿੱਚ ਆਉਂਦੀਆਂ ਨੇ ਸਾਰੀਆਂ ਗੱਲਾਂ। ਬਿਲਕੁਲ। ਉਹਨਾਂ ਨੂੰ ਆਪ ਹੀ ਗੁਰਦੁਆਰੇ ਪ੍ਰਬੰਧਕ ਦੇ ਵਿੱਚੋਂ ਬਾਹਰ ਹੋ ਜਾਣਾ ਚਾਹੀਦਾ ਹੈ। ਨਹੀਂ ਤਾਂ ਸੰਗਤ ਸੁਚੇਤ ਹੋਵੇ, ਐਸਾ ਪ੍ਰਬੰਧਕ ਗੁਰਦੁਆਰੇ ਦਾ ਪ੍ਰਬੰਧਕ ਨਹੀਂ ਬਣ ਸਕਦਾ। ਗੁਰਦੁਆਰੇ ਹੋਈ ਸੋਝੀ ਪਾਈ ਸੀ, ਗੁਰਦੁਆਰਿਆਂ ਦੇ ਵਿੱਚੋਂ ਗੁਰੂ ਨਾਨਕ ਦਾ ਫਲਸਫਾ ਖੁਸ਼ਬੂ ਦੇ ਵਾਂਗ ਨਿਕਲਣਾ ਚਾਹੀਦਾ ਸੀ, ਅੱਜ ਨਹੀਂ ਮਿਲ ਰਿਹਾ। ਇਸ ਕਰਕੇ ਇਹ ਗਿਰਾਵਟ ਦਾ ਕਾਰਨ ਹੈ, ਜਿਹਦੇ ਕਰਕੇ ਮਰਿਆਦਾ ਗੁਰਦੁਆਰਿਆਂ ਵਿੱਚ ਲਾਗੂ ਨਹੀਂ ਹੋ ਰਹੀ। ਜੀ ਜੀ। ਤੇ ਬਹੁਤੇ ਪ੍ਰਬੰਧਕਾਂ ਨੂੰ ਮਰਿਆਦਾ ਦੇ ਬਾਰੇ ਕੋਈ ਪਤਾ ਨਹੀਂ। ਮਰਿਆਦਾ ਹੈ ਕੀ ਹੈ, ਮਰਿਆਦਾ ਕਹਿੰਦੇ ਕਿਸ ਨੂੰ ਹਨ, ਮਰਿਆਦਾ ਕਿਹਨੇ ਬਣਾਈ, ਮਰਿਆਦਾ ਕਿਹਨੇ ਪੜ੍ਹੀ ਹੈ, ਉਹਨਾਂ ਪ੍ਰਬੰਧਕਾਂ ਨੂੰ ਮਰਿਆਦਾ ਨਾਲ ਕੋਈ ਲੈਣ ਦੇਣ ਨਹੀਂ ਹੈ। ਜੀ ਜੀ। ਤੋ ਇਸੇ ਦੀ ਕੜੀ ਦੇ ਨਾਲ ਜੁੜਦਾ ਇੱਕ ਹੋਰ ਸਵਾਲ ਹੈ ਕਿ ਜਿਵੇਂ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਾਡੇ ਗ੍ਰੰਥੀ ਸਾਹਿਬ ਜਾਂ ਗ੍ਰੰਥੀ ਸਿੰਘ ਹੋ ਗਏ, ਸੇਵਾਦਾਰ ਹੋ ਗਏ, ਜਾਂ ਗੁਰੂ ਘਰ ਦੇ ਕੀਰਤਨੀਏ ਜਾਂ ਪ੍ਰਚਾਰਕ ਹੋ ਗਏ, ਜਿਵੇਂ ਕਿ ਤੁਸੀਂ ਪ੍ਰਿੰਸੀਪਲ ਹੋ ਅਤੇ ਤੁਹਾਡੀ ਆਮਦਨੀ ਹੈ ਬਹੁਤ ਅੱਛੀ ਹੈ ਐਜ਼ ਕੰਪੇਅਰ ਟੂ ਦੂਸਰੇ ਲੋਕਾਂ ਦੇ ਜਿਹੜੇ ਗੁਰੂ ਘਰ ਦੇ ਵਿੱਚ ਜਿਹੜੇ ਸਾਡੇ ਅਹੁਦਿਆਂ 'ਤੇ ਬੈਠੇ ਆ, ਜਿਹੜੇ ਗ੍ਰੰਥੀ, ਰਾਗੀ, ਪ੍ਰਚਾਰਕ ਜਾਂ ਸੇਵਾਦਾਰ, ਉਹਨਾਂ ਦੀ ਜਿਹੜੀ ਆਮਦਨ ਹੈ ਉਹ ਬਹੁਤ ਘੱਟ ਹੈ, ਜਾਂ ਜਿਹਦੇ ਨਾਲ ਉਹ ਆਪਣੀ ਫੈਮਲੀਆਂ ਦਾ ਪੂਰੀ ਤਰ੍ਹਾਂ ਦੇ ਨਾਲ ਗੁਜ਼ਾਰਾ ਵੀ ਨਹੀਂ ਕਰ ਪਾਉਂਦੇ। ਫਿਰ ਉਹਨਾਂ ਨੂੰ ਅਸੀਂ ਕੋਸਦੇ ਵੀ ਹਾਂ। ਤੋ ਇਹਨਾਂ ਦੇ ਬਾਰੇ ਵਿੱਚ ਤੁਸੀਂ ਕੁਛ ਅਗਰ ਕੋਈ ਆਪਣੀ ਕੋਈ ਮੋਡਿਊਲ ਨਵਾਂ ਕੋਈ ਐਸਾ ਕੁਛ ਲੈ ਕੇ ਆਏ ਹੋਵੋ ਤੇ? ਇਹ ਬੜਾ ਤੜਪਦਾ ਸਵਾਲ ਹੈ, ਇਹ ਦੁੱਖ ਪਹੁੰਚਾਉਂਦਾ ਹੈ ਜੀ। ਇਹਨੇ ਹਾਲਤ ਨੂੰ ਵੇਖ ਕੇ। ਬਿਲਕੁਲ। ਕਿਹੜਾ ਸੇਵਾਦਾਰ, ਕਿਹੜਾ ਗ੍ਰੰਥੀ, ਕਿਹੜਾ ਕੀਰਤਨੀਆ ਜਿਹਦਾ ਪਰਿਵਾਰ ਨਹੀਂ ਹੈ। ਹਰ ਪਰਿਵਾਰ, ਜੀ, ਸਾਰੇ ਪਰਿਵਾਰਿਕ ਹਾਂ ਸੀ, ਉਹਨਾਂ ਦੇ ਵੀ ਬੱਚੇ ਹਨ, ਉਹਨਾਂ ਦੀ ਘਰ ਗ੍ਰਸਤੀ ਹੈ, ਪਰ 2-2, 4-4, 5-5 ਸਾਲ ਇਹਨਾਂ ਦੀ ਕੋਈ ਤਨਖਾਹ ਵਿੱਚ ਵਾਧਾ ਨਹੀਂ, ਕੋਈ ਇੰਕਰੀਮੈਂਟ ਨਹੀਂ ਇਹਨਾਂ ਦੀ, ਕੋਈ TADA ਨਹੀਂ ਮਿਲਦਾ ਇਹਨਾਂ ਨੂੰ, ਔਰ ਇਹ ਮਜਬੂਰ ਹਨ। ਔਰ ਮੈਂ ਦੁਖੀ ਹੋ ਕੇ ਗੱਲ ਕਹਿ ਰਿਹਾ ਕਿ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਕਾਨਪੁਰੀ, ਜੋ ਅੱਜ ਕੀਰਤਨ ਦਾ ਕਿੱਤਾ ਛੱਡ ਕੇ ਜੀ, ਔਰ ਕੈਨੇਡਾ ਦੇ ਵਿੱਚ ਉਹ ਟਰਾਲਾ ਚਲਾ ਰਿਹਾ, ਬਿਲਕੁਲ। ਕਿੰਨੀ ਮੰਦਭਾਗੀ ਗੱਲ ਹੈ ਕਿ ਗੁਰੂ ਘਰ ਦੇ ਕੀਰਤਨੀਏ ਇਸ ਸਟੇਜ ਤੱਕ ਪਹੁੰਚ ਗਏ ਨੇ। ਰਹੀ ਗੱਲ ਗੁਰਦੁਆਰਾ ਪ੍ਰਬੰਧ ਦੇ ਵਿੱਚ ਇਹਨਾਂ ਦੀ ਦੇਖ ਰੇਖ,
ਇਹਨਾਂ ਦੀ ਤਨਖਾਹ ਉਂਗਲਾਂ ਤੇ ਗਿਣਨ ਵਾਲੀ ਹੈ ਬਿਲਕੁਲ ਔਰ ਬੜੀ ਨਮੋਸ਼ੀ ਹੁੰਦੀ ਹੈ। ਮੈਂ ਪਹਿਲੇ ਵੀ ਕਿਹਾ ਸੀ ਕਿ ਇੱਕ ਰਾਗੀ 3 ਵਿਅਕਤੀਆਂ ਦਾ ਜਥਾ ਹੁੰਦਾ, 3 ਸਿੰਘਾਂ ਦਾ ਜਥਾ ਹੁੰਦਾ, ਜੀ। ਉਹਨਾਂ ਨੂੰ 10 ਤੋਂ 12,000 ਤਨਖਾਹ ਦਿੱਤੀ ਜਾਂਦੀ ਹੈ। 1 ਮਹੀਨਾ ਕੀਰਤਨ ਕਰਦੇ ਨੇ, ਪਰ ਜਦੋਂ ਕਿਤੇ ਗੁਰਪੁਰਬ ਹੋਵੇ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਮੰਗਵਾ ਕੇ ਉਹਨਾਂ ਨੂੰ 30,000 ਭੇਟਾ ਦੇ ਦੇਣੀ, 1 ਘੰਟਾ ਕੀਰਤਨ ਕਰਵਾ ਲੈਣਾ ਤੇ ਇਹਨਾਂ ਨੂੰ 1 ਮਹੀਨਾ ਕੀਰਤਨ ਕਰਵਾਉਂਦੇ ਰਹਿਣਾ, 3 ਵਿਅਕਤੀਆਂ ਨੂੰ 12,000 ਤਨਖਾਹ। ਇਹ ਕਿੱਥੋਂ ਦਾ ਇਨਸਾਫ ਹੈ? ਬਿਲਕੁਲ ਬਿਲਕੁਲ ਇਹ ਤਾਂ ਬੜੀ ਮੰਦਭਾਗੀ ਗੱਲ ਹੈਗਾ। ਗ੍ਰੰਥੀ ਸਾਹਿਬਾਨ ਸਵੇਰੇ 3 ਵਜੇ ਉੱਠ ਕੇ ਆਪਣੀ ਤਿਆਰੀ ਕਰਕੇ 4 ਵਜੇ ਗੁਰਦੁਆਰੇ ਸਾਹਿਬ ਪਹੁੰਚ ਕੇ ਪ੍ਰਕਾਸ਼ ਕਰਕੇ ਸੁਖਮਨੀ ਪੜ੍ਹਦੇ ਨੇ। 2.5 ਘੰਟੇ ਜਾਂ 3 ਘੰਟੇ ਗੁਰਦੁਆਰਾ ਸਾਹਿਬ ਸਮਾਪਤੀ ਤੱਕ ਉਹ ਰਹਿੰਦੇ ਨੇ, ਫਿਰ ਸ਼ਾਮ ਨੂੰ ਵੀ 2-2.5 ਘੰਟੇ ਸੇਵਾ ਕਰਦੇ ਨੇ, ਰਹਿ ਰਸ ਵਗੈਰਾ ਸੁਖਾਸਨ। ਪਰ ਇਹਨਾਂ ਨੂੰ 8-10 ਹਜ਼ਾਰ ਤੱਕ ਸੀਮਤ ਰੱਖਣਾ, ਇਹਨਾਂ ਦੀ ਵੀ ਘਰ ਗ੍ਰਸਤੀ ਹੈ, ਕਿਵੇਂ ਚਲੇਗੀ? ਇਹਨਾਂ ਦੇ ਬੱਚੇ ਵੀ ਹਨ, ਉਹ ਵੀ ਵਧੀਆ ਸਕੂਲਾਂ 'ਚ ਪੜ੍ਹਨਾ ਚਾਹੁੰਦੇ ਨੇ, ਬਸ ਇਹਨਾਂ ਦੇ ਬਾਰੇ ਕੀਤਾ ਕੀ ਹੈ? ਸਾਡਾ ਚੋਣ ਮੈਨੀਫੈਸਟੋ ਦੇ ਵਿੱਚ ਇਹ ਪ੍ਰਾਵਧਾਨ ਹੈ ਕਿ ਸਾਡੀ ਕਮੇਟੀ ਅਗਰ ਬਣਦੀ ਹੈ, ਸਭ ਤੋਂ ਪਹਿਲਾਂ ਗੁਰੂ ਘਰ ਡਿਸਟ੍ਰਿਕਟ ਕਮੇਟੀ ਅੰਦਰ ਆਉਂਦੇ ਗੁਰਦੁਆਰਿਆਂ ਦੇ ਪ੍ਰਬੰਧ ਜਿਹੜੇ ਸੇਵਾਦਾਰ ਨੇ, ਗ੍ਰੰਥੀ ਸਾਹਿਬਾਨ, ਕੀਰਤਨੀਏ, ਸੇਵਾਦਾਰਾਂ ਦੇ ਬੱਚਿਆਂ ਦਾ ਔਰ ਇਹਨਾਂ ਦਾ ਆਪਣਾ ਹੈਲਥ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ ਜਿਹੜਾ ਹੈ ਉਹ ਇਹਨਾਂ ਦਾ ਕਰਵਾਉਣਾ ਸਾਡਾ ਸਭ ਤੋਂ ਪਹਿਲੇ ਇਹ ਜ਼ਰੂਰਤ ਹੈ। ਤਨਖਾਹ ਵਿੱਚ ਯੋਗ ਵਾਧਾ ਜਿਹੜਾ ਜਿਸ ਤਰ੍ਹਾਂ ਬਜਟ ਦੇ ਅਨੁਸਾਰ ਉਹ ਅਸੀਂ ਕਰਨ ਦਾ ਇਹਨਾਂ ਨਾਲ ਵਾਅਦਾ ਕਰਦੇ ਹਾਂ। ਬਹੁਤ ਵਧੀਆ। ਤੋ ਇਹ ਸੀ ਜਿਹੜੇ ਆਮ ਸਵਾਲ ਸੰਗਤ ਦੇ। ਹੁਣ ਕੁਝ ਭਖਦੇ ਸਵਾਲ ਜੋ ਸੰਗਤ ਤੁਹਾਡੇ ਤੋਂ ਸਿੱਧਾ ਹੋ ਕੇ ਪੁੱਛਣਾ ਚਾਹੁੰਦੀ ਹੈ। ਤੋ ਸਿੱਧੇ ਸਵਾਲਾਂ ਦੇ ਵਿੱਚੋਂ ਇੱਕ ਪਹਿਲਾ ਸਵਾਲ ਤੁਹਾਨੂੰ ਇੱਕ ਹੋਰ ਅਸੀਂ ਪੁੱਛਣ ਜਾ ਰਹੇ ਹਾਂ। ਗੁਰੂ ਘਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਗੁਰੂ ਘਰ ਦੀਆਂ ਪ੍ਰਾਪਰਟੀਆਂ ਹਨ, ਪਿਛਲੇ ਸਮੇਂ ਵਿੱਚ ਤੁਸੀਂ ਵਿਵਾਦ ਵੀ ਦੇਖੇ ਹੈ, ਬਹੁਤ ਸਾਰੇ ਵਿਵਾਦ ਸਾਹਮਣੇ ਆਏ ਹੈ ਜਿਨ੍ਹਾਂ ਦੇ ਵਿੱਚ ਪੈਸੇ ਦੇ ਹੇਰ ਫੇਰ ਦੀਆਂ ਗੱਲਾਂ ਵੀ ਕੀਤੀਆਂ ਗਈਆਂ। ਪਾਰਦਰਸ਼ਤਾ, ਜੋ ਚੀਜ਼ਾਂ ਤੁਹਾਡੇ ਬਣਨ ਤੋਂ ਪਹਿਲਾਂ ਵੇਚੀਆਂ ਗਈਆਂ ਗੁਰੂ ਘਰ ਦੀ ਪ੍ਰਾਪਰਟੀ 'ਚੋਂ ਜਾਂ ਖਰੀਦੀਆਂ ਗਈਆਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੇਚੀਆਂ ਜਾਣਗੀਆਂ ਜਾਂ ਖਰੀਦੀਆਂ ਜਾਣਗੀਆਂ, ਉਸ ਜਿਹੜੀ ਪ੍ਰਾਪਰਟੀ ਹੈ ਪੂਰੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਦੀ ਪਾਰਦਰਸ਼ਤਾ ਵਾਸਤੇ ਤੁਸੀਂ ਕੋਈ ਐਸਾ ਕੁਝ ਸੋਚ ਰੱਖੀ ਹੋਵੇ? ਮੈਂ ਪਹਿਲੇ ਇਹ ਗੱਲ ਕਹਿਣਾ ਚਾਹੁੰਦਾ ਕਿ ਗੁਰੂ ਘਰ ਦੇ ਨਾਲ ਲੱਗੀਆਂ ਪ੍ਰਾਪਰਟੀਆਂ ਸਾਡੀ ਕੌਮ ਦਾ ਕੀਮਤੀ ਸਰਮਾਇਆ ਹੈ। ਬਿਲਕੁਲ ਕੀਮਤੀ ਸਰਮਾਇਆ ਲੁੱਟਿਆ ਪੁੱਟਿਆ ਗਿਆ ਜੀ, ਕੋਈ ਨਹੀਂ ਬੋਲਿਆ। ਦੂਸਰਾ ਨੰਬਰ, ਬਜਟ ਦਾ ਖਰਚਾ ਔਰ ਆਡਿਟ ਕਿਉਂ ਨਹੀਂ ਕਰਵਾਇਆ ਜਾਂਦਾ? ਸਭ ਤੋਂ ਵੱਡੀ ਗੱਲ ਇਹ ਹੈ, ਹਰ ਸਾਲ ਇਸ ਦਾ ਆਡਿਟ ਕਰਵਾ ਕੇ ਸੰਗਤਾਂ ਨੂੰ ਕਿਉਂ ਨਹੀਂ ਦੱਸਿਆ ਜਾਂਦਾ? ਜਦ ਕਿ ਬਜਟ ਲੱਖਾਂ ਵਿੱਚ ਹੈ, ਇਨਕਮ ਲੱਖਾਂ ਵਿੱਚ ਹੈ, ਖਰਚਾ ਵੀ ਲੱਖਾਂ ਵਿੱਚ ਹੈ, ਪਰ ਸੰਗਤ ਨੂੰ ਦੱਸੋ ਤਾਂ ਸਹੀ। ਤੁਸੀਂ ਆਡਿਟ ਨਾ ਕਰਵਾਉਣਾ, 1 ਸਾਲ 2 ਸਾਲ 3 ਹੁਣ 7 ਸਾਲ ਕਮੇਟੀ ਚੱਲੀ ਹੈ, ਜਿਹਦੇ ਵਿੱਚੋਂ ਇੱਕ ਮੈਂਬਰ ਹੈ, ਉਹ ਮੈਂਬਰ ਸਕੱਤਰ ਰਿਹਾ। ਉਸ ਨੇ 1 ਸਾਲ ਦੇ ਵਿੱਚ ਗੋਲਕ ਦਾ 20-22 ਲੱਖ ਰੁਪਏ ਬਚਾ ਕੇ ਐਫਡੀਆਂ ਕਰਵਾਈਆਂ। ਐਫਡੀਆਂ ਉਹਨੇ ਆਪਣੇ ਨਾਂ ਨਹੀਂ ਕਰਵਾਈਆਂ, ਗੁਰੂ ਗ੍ਰੰਥ ਸਾਹਿਬ ਦੇ ਨਾਂ ਨੇ। ਬਿਲਕੁਲ। ਬਾਕੀ ਉਸ ਤੋਂ ਬਾਅਦ ਉਹ 6 ਸਾਲ ਇਹਨਾਂ ਕੋਲ ਬਜਟ ਗੁਰਦੁਆਰਾ ਦਾ ਪ੍ਰਬੰਧ ਰਿਹਾ, ਕੋਈ ਆਡਿਟ ਨਹੀਂ ਹੈ, ਕੋਈ ਬੈਲੈਂਸ ਨਹੀਂ ਹੈ ਇਸ ਵੇਲੇ ਤੱਕ। ਪੈਸਾ ਗਿਆ ਤਾਂ ਗਿਆ ਕਿੱਥੇ ਹੈ? ਦੂਸਰਾ ਨੰਬਰ, ਕਮੇਟੀ ਦੀ ਚੌਧਰਤਾ ਨੂੰ ਅੱਗੇ ਚਲਾਉਂਦੇ 5 ਸਾਲ ਦਾ ਟੈਨਰ ਹੁੰਦਾ, ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੀ ਹੈ ਜੀ। ਕਮੇਟੀ ਦੇ ਕਬਜ਼ੇ ਨੂੰ ਅੱਗੇ ਚਲਾਉਣ ਵਾਸਤੇ ਗੋਲਕ ਵਿੱਚੋਂ ਵਕੀਲਾਂ ਨੂੰ ਪੈਸੇ ਦੇ ਕੇ, ਗੁਰੂ ਦੀ ਗੋਲਕ ਵਿੱਚੋਂ ਵਕੀਲਾਂ ਨੂੰ ਪੈਸੇ ਦੇ ਕੇ ਕੋਰਟ ਦੇ ਸਟੇ ਲੈਣੇ ਕਿੰਨਾ ਵੱਡਾ ਅਪਰਾਧ ਹੈ ਜੀ। ਆਡਿਟ ਕਿਉਂ ਨਹੀਂ ਕਰਵਾਇਆ ਜਾਂਦਾ? ਉਹਦੇ ਵਿੱਚ ਘੁਟਾਲੇ ਨੇ ਕਿ ਵਕੀਲਾਂ ਨੂੰ ਜਿਹੜੀ ਫੀਸ ਦਿੱਤੀ ਜਾਂਦੀ ਗਈ ਹੈ ਪਿਛਲੇ 2-3 ਸਾਲਾਂ ਵਿੱਚ ਕੋਰਟ ਕੇਸਾਂ ਵਿੱਚ, ਉਹ ਕਿੱਥੋਂ ਦਿੱਤੀ ਗਈ ਹੈ? ਕਿਹਨਾਂ ਨੇ ਦਿੱਤੀ ਹੈ? ਉਹ ਸਾਰੀ ਗੁਰੂ ਘਰਾਂ 'ਚ ਗਈ ਹੈ। ਇਹ ਇੱਕ ਰਿਟਾਇਰਡ ਜੱਜ ਕੋਲੋਂ ਆਡਿਟ ਕਰਵਾਉਣਾ ਜ਼ਰੂਰੀ ਬਣਦਾ ਹੈ। ਸਾਰੀ ਪਾਰਦਰਸ਼ੀ ਬਾਹਰ ਆ ਜਾਣੀ ਹੈ। ਸੰਗਤ ਚਾਹੁੰਦੀ ਹੈ ਕਿ ਸਾਨੂੰ ਦੱਸਿਆ ਜਾਏ। ਉਹ ਹਜ਼ਾਰਾਂ ਨਹੀਂ ਲੱਖਾਂ ਰੁਪਏ ਦਾ ਬਜਟ ਹੈ ਜਿਹੜਾ ਅੱਜ ਜ਼ੀਰੋ ਬੈਲੈਂਸ 'ਤੇ ਹੈ। ਸੰਗਤ ਇਹ ਚਾਹੁੰਦੀ ਹੈ ਕਿ ਇਹਨਾਂ ਨੇ ਬਜਟ ਦਾ ਆਡਿਟ ਕਰਵਾ ਕੇ ਕਿਉਂ ਨਹੀਂ ਦੱਸਿਆ? ਔਰ ਜਿਹੜੇ ਕੋਰਟਾਂ ਵਿੱਚ ਫੀਸਾਂ ਗਈਆਂ ਨੇ ਗੁਰੂ ਦੀ ਗੋਲਕ ਵਿੱਚੋਂ ਕਿਹਦੇ ਕਹਿਣ 'ਤੇ ਗਈਆਂ ਨੇ? ਕਿਉਂ ਗਈਆਂ ਨੇ? ਕਿਉਂ ਸਟੇ ਲੈਂਦੇ ਰਹੋ ਤੁਸੀਂ ਕਿਉਂ ਅੱਗੇ ਡਿਸਟ੍ਰਿਕਟ ਕਮੇਟੀ ਦੀ ਜਿਹੜਾ ਪੀਰੀਅਡ ਅੱਗੇ ਵਧਾਉਂਦੇ ਰਹੇ? ਕਿਉਂ ਸਹਾਰਾ ਲੈਂਦੇ ਰਹੋ ਤੁਸੀਂ? ਇਹਦੇ ਪਿੱਛੇ ਕੁਝ ਹੈ, ਉਹ ਸਾਰਾ ਕੁਝ ਬਾਹਰ ਆਏਗਾ ਔਰ ਆ ਵੀ ਰਿਹਾ, ਔਰ ਸੰਗਤ ਇੰਤਜ਼ਾਰ ਕਰੇ ਇਸ ਦਾ। ਤੋ ਪ੍ਰਿੰਸੀਪਲ ਜੀ, ਇਹ ਤੁਸੀਂ ਔਨ ਰਿਕਾਰਡ ਇਹ ਬਿਆਨ ਦਿੱਤਾ ਹੈ
ਕਿ ਉਹ ਸਾਰਾ ਰਿਕਾਰਡ ਬਾਹਰ ਆਏਗਾ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਤੁਸੀਂ ਇਹ ਗੱਲ ਕਹੀ ਹੈ, ਔਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਇਸ ਕਹੀ ਹੋਈ ਗੱਲ ਦੇ ਉੱਤੇ ਪੂਰਾ ਉਤਰੋ, ਔਰ ਜੋ ਵੀ ਪਾਰਦਰਸ਼ਤਾ ਹੈ ਪ੍ਰੋਪਰਟੀ ਦੀ ਤਾਂ ਉਸ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਜਾਵੇ। ਅਗਲਾ ਸਵਾਲ ਹੈ ਮਾਂ ਬੋਲੀ ਪੰਜਾਬੀ ਦੇ। ਜਿਵੇਂ ਕਿ ਮਾਂ ਬੋਲੀ ਪੰਜਾਬੀ ਜੰਮੂ ਕਸ਼ਮੀਰ ਦੀ ਰਾਜਸੀ ਭਾਸ਼ਾ 1947 ਤੋਂ ਸੀ। ਇੱਕਦਮ ਜਿਹੜਾ ਹੈ ਸਰਕਾਰੀ ਹਮਲੇ ਦੇ ਕਾਰਨ ਉਹਨੂੰ ਇੱਕਦਮ ਚੱਕ ਕੇ ਰਾਜਸੀ ਭਾਸ਼ਾ ਤੋਂ ਬਾਹਰ ਕੱਢ ਦਿੱਤਾ ਗਿਆ, ਅਤੇ ਹੋਰ ਛੋਟੀਆਂ ਭਾਸ਼ਾਵਾਂ ਜਿਹੜੀਆਂ ਉਸ ਮਾਂ ਬੋਲੀ ਦੀਆਂ ਹੀ ਧੀਆਂ ਸੀਗੀਆਂ, ਉਹਨਾਂ ਨੂੰ ਰਾਜਸੀ ਭਾਸ਼ਾ ਬਣਾ ਕੇ ਤੇ ਇੱਕ ਬਹੁਤ ਵੱਡਾ ਇੱਕ ਹਮਲਾ ਜਿਹੜਾ ਆ ਸਿੱਖ ਕੌਮ ਦੇ ਉੱਤੇ ਜਾਂ ਪੰਜਾਬੀਅਤ ਦੇ ਉੱਤੇ ਕੀਤਾ ਗਿਆ। ਤਾਂ ਰਾਜਸੀ ਭਾਸ਼ਾ ਨੂੰ ਮੁੜ ਉਹਨੂੰ ਰਾਜਸੀ ਭਾਸ਼ਾ ਮਾਂ ਬੋਲੀ ਪੰਜਾਬੀ ਨੂੰ ਕਾਇਮ ਕਰਨ ਲਈ ਜਾਂ ਰਾਜਸੀ ਭਾਸ਼ਾ ਬਣਾਉਣ ਵਾਸਤੇ ਜਾਂ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਵਾਸਤੇ ਤੁਸੀਂ ਕੋਈ ਐਸਾ ਉਲੀਕਿਆ ਹੋਵੇ, ਕੋਈ ਕਦਮ ਜਿਹੜਾ ਅੱਗੇ ਤੁਸੀਂ ਲੈਣਾ ਹੈ? ਪੰਜਾਬੀ ਸਾਡੀ ਮਾਂ ਬੋਲੀ ਹੈ ਜੀ। ਪੰਜਾਬੀ ਸਾਡਾ ਮਾਤ ਭਾਸ਼ਾ ਸਾਡੀ, ਇਹਦੇ ਨਾਲ ਸੁਤੇਲਾ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ ਗਿਆ ਜੀ। ਇਹ ਰਿਆਸਤੀ ਭਾਸ਼ਾ ਹੈ ਸਾਡੀ, ਔਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਬਿਲਕੁਲ ਇਹ ਸਾਡੀ ਇਹ ਸਰਕਾਰੀ ਭਾਸ਼ਾ ਸੀ, ਸਰਕਾਰੀ ਭਾਸ਼ਾ ਦਾ ਹਿੱਸਾ ਸੀ। ਬਿਲਕੁਲ। ਔਰ ਉਸ ਰਾਜ ਦੇ ਵਿੱਚ ਸਾਰਾ ਸਰਕਾਰੀ ਲੇਖਾ ਜੋਖਾ ਜਿਹੜਾ ਪੰਜਾਬੀ 'ਚ ਕੀਤਾ ਜਾਂਦਾ ਸੀ, ਔਰ ਬਾਹਰ ਤੋਂ ਜਿਹੜੇ ਪੰਜਾਬ ਤੋਂ ਮੁਨੀਮ ਮੰਗਵਾਏ ਜਾਂਦੇ ਸਨ, ਇਹ ਰਿਕਾਰਡ ਹੈ। ਮੈਨੂੰ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਇਹ ਗੱਲ ਕਹੀ ਸੀ, ਉਹ ਸਾਰਾ ਕੁਝ ਪੰਜਾਬੀ 'ਚ ਕਰਦੇ ਸਨ। ਉਸ ਤੋਂ ਬਾਅਦ ਮਹਾਰਾਜਿਆਂ ਦਾ ਰਾਜ ਆਇਆ, ਉਹਦੇ ਵਿੱਚ ਵੀ ਪੰਜਾਬੀ ਚੱਲਦੀ ਰਹੀ। ਅੱਜ ਸਾਡੀ ਡਿਵੀਜ਼ਨ ਨੇ ਮੌਕਾ ਦਿੱਤਾ ਉਹਨਾਂ ਨੂੰ ਪੰਜਾਬੀ ਨੂੰ ਬਾਹਰ ਰੱਖਣ ਦਾ। ਸਾਡੀ ਇਕਸਾਰਤਾ ਨਾ ਰਹਿਣ ਕਰਕੇ, ਇਕਜੁੱਟਤਾ ਨਾ ਰਹਿਣ ਕਰਕੇ, ਏਕਤਾ ਨਾ ਰਹਿਣ ਕਰਕੇ ਸਾਡੀ ਮਾਂ ਬੋਲੀ ਦੇ ਨਾਲ ਧੱਕਾ ਹੋਇਆ। ਸਾਡੀ ਮਾਂ ਬੋਲੀ ਪੰਜਾਬੀ ਮੁੜ ਬਹਾਲ ਕੀਤੀ ਜਾਵੇ, ਇਹ ਸਾਡੀ ਬੜੀ ਪੁਰਜ਼ੋਰ ਮੰਗ ਹੈ। ਹਾਇਰ ਕਲਾਸਾਂ ਵਿੱਚ, ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ ਪੰਜਾਬੀ ਜ਼ਰੂਰ ਹੈ, ਪਰ ਪ੍ਰਾਇਮਰੀ ਲੈਵਲ, ਮਿਡਲ ਅਤੇ ਹਾਈ ਤੱਕ ਪੰਜਾਬੀ ਨੂੰ ਅਲੋਪ ਕਰ ਦੇਣਾ, ਜੇ ਬੇਸਿਕ ਫਾਊਂਡੇਸ਼ਨ ਨਹੀਂ ਹੈ ਤਾਂ ਉੱਪਰ ਜਾ ਕੇ ਕੌਣ ਪੜ੍ਹੇਗਾ। ਬਿਲਕੁਲ। ਬੜੀ ਤਰ੍ਹਾਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬੀ ਸਾਡੀ ਭਾਸ਼ਾ ਹੈ, ਔਰ 5 ਲੱਖ ਬੋਲੀ, 5 ਲੱਖ ਪਾਪੂਲੇਸ਼ਨ ਹੈ ਸਾਡੀ, ਜੀ। ਔਰ 60% ਹਿੱਸੇ ਵਿੱਚ ਬੋਲੀ ਜਾਂਦੀ ਹੈ, ਇਸ ਤੋਂ ਜ਼ਿਆਦਾ ਬੋਲੀ ਜਾਂਦੀ ਹੋਣੀ। ਜੀ। ਪੰਜਾਬੀ ਡਿਪਾਰਟਮੈਂਟ, ਪੰਜਾਬੀ ਸਬਜੈਕਟ ਜੰਮੂ ਯੂਨੀਵਰਸਿਟੀ ਵਿੱਚ ਵੀ ਹੈ, ਕਸ਼ਮੀਰ ਯੂਨੀਵਰਸਿਟੀ ਵਿੱਚ ਵੀ ਹੈ, ਕਾਲਜਾਂ ਵਿੱਚ ਵੀ ਹੈ, ਪਰ ਸਰਕਾਰੀ ਭਾਸ਼ਾ ਅਲੋਪ ਕਰ ਦੇਣੀ ਇਹ ਇੱਕ ਡਿਸਕ੍ਰਿਮੀਨੇਸ਼ਨ ਕਹਿੰਦਾ ਮੈਂ ਇਹਨਾਂ ਨੂੰ, ਜੀ ਬਿਲਕੁਲ, ਕਿ ਇਹ ਸਾਡੇ ਨਾਲ ਦੁਰਵਿਵਹਾਰ ਹੈ, ਜੋ ਨਹੀਂ ਹੋਣਾ ਚਾਹੀਦਾ। ਅਸੀਂ ਮੰਗ ਕਰਦੇ ਹਾਂ ਪੰਜਾਬੀ ਜਿਸ ਰੂਪ ਵਿੱਚ ਪਹਿਲੇ ਸੀ ਉਸੇ ਰੂਪ ਵਿੱਚ ਵਾਪਸ ਕੀਤੀ ਜਾਵੇ। ਮੰਗ ਕਰਨਾ, ਮੈਮੋਰੈਂਡਮ ਦੇਣਾ, ਇਹ ਤਾਂ ਪਹਿਲਾਂ ਵੀ ਬਹੁਤ ਹੁੰਦਾ ਹੈ। ਤਾਂ ਤੁਸੀਂ ਇਹਦੇ ਵਾਸਤੇ ਕੁਝ ਐਸਾ ਸੋਚ ਰੱਖੀ ਹੋਵੇ ਕਿ ਇਹਦੇ ਪ੍ਰਚਾਰ ਪ੍ਰਸਾਰ ਲਈ ਕੁਝ ਵਧੀਆ ਤਰੀਕੇ ਦੇ ਨਾਲ DGPC ਦੇ ਮੈਂਬਰ ਹੋਣ ਦੇ ਨਾਤੇ ਤੁਸੀਂ ਕੁਝ ਕਰੋ? ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਸਰਕਾਰੀ ਤੌਰ 'ਤੇ ਇੱਕ ਫਾਈਲ ਮੂਵ ਕਰਕੇ ਇਹ ਆਪਣੀ ਮੰਗ ਜਿਹੜੀ ਹੈ ਉਹ ਸਰਕਾਰੀ ਦਰਬਾਰੇ ਇਹ ਰੱਖੀ ਜਾਂਦੀ ਹੈ, ਔਰ ਇਹਦੇ ਵਿੱਚ ਪੈਨਲ ਬਣਨਾ ਚਾਹੀਦਾ। ਮੈਂ ਤਾਂ ਕਹਿਣਾ ਕਿ ਇੱਕ ਇੰਟਲੈਕਚੁਅਲ ਲੋਕਾਂ ਦਾ ਪੈਨਲ ਬਣਨਾ ਚਾਹੀਦਾ। ਇਹਦੇ ਵਿੱਚ ਵਕੀਲ ਵੀ ਹੋਣ, ਇਹਦੇ ਵਿੱਚ ਪ੍ਰੋਫੈਸਰ ਵੀ ਹੋਣ, ਇਹਦੇ ਵਿੱਚ ਸੁਚੱਜੇ ਰਾਜਨੀਤਿਕ ਵੀ ਹੋਣ, ਸਾਰਿਆਂ ਨੂੰ ਨਾਲ ਲੈ ਕੇ ਇੱਕ ਪੈਨਲ ਬਣਨਾ ਚਾਹੀਦਾ। ਜਿਹੜੀ ਸਾਡੀ ਸੁਪਰੀਮ ਟੀਮ ਜਿਹੜੀ ਹੈ, ਜਿਹੜੀ ਕੌਮ ਦੀ ਬੁੱਧੀਜੀਵਾਂ ਦੀ, ਇੰਟਲੈਕਚੁਅਲ ਲੋਕਾਂ ਦੀ, ਉਹ ਇਸ ਨੂੰ ਆਪਣੀ ਜ਼ਿੰਮੇਵਾਰੀ ਲੈ ਕੇ ਇਸ ਨੂੰ ਅੱਗੇ ਚਲਾਉਣ। ਕਿਹੜਾ ਕੰਮ ਹੈ ਜਿਹੜਾ ਨਹੀਂ ਹੁੰਦਾ, ਪਰ ਇਹਦੇ ਲਈ ਕੁਝ ਸਟਰਗਲ ਕਰਨੀ ਪੈਂਦੀ ਹੈ, ਕੁਝ ਪੈਮਾਨਾ ਨਾਪਣਾ ਪੈਂਦਾ। ਅਤੇ ਮੈਂ ਇਹ ਆਸ ਕਰਦਾ ਕਿ ਕਮੇਟੀ ਬਣਨ 'ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਕਮੇਟੀ ਅਗਰ ਆਉਂਦੀ ਹੈ ਤਾਂ ਅਸੀਂ ਬੜੇ ਬੜੇ ਸਕਾਲਰਾਂ ਦਾ ਇੱਕ ਪੈਨਲ ਬਣਾਵਾਂਗੇ, ਜਿਹਦੇ ਵਿੱਚ ਬੁੱਧੀਜੀਵ, ਵਕੀਲ, ਰਾਜਨੀਤਿਕ, ਪ੍ਰੋਫੈਸਰ, ਸਕਾਲਰ ਵਗੈਰਾ ਲੈ ਕੇ ਆਪਣੀ ਮਾਂ ਬੋਲੀ ਵਾਪਸ ਬਹਾਲ ਕਰਾਂਗੇ। ਇਹ ਸਾਡਾ ਯਤਨ ਹੈ। ਬਹੁਤ ਵਧੀਆ। ਅਤੇ ਹੁਣ ਇੱਕ ਅਹਿਮ ਸਵਾਲ ਜੋ ਸਿੱਖ ਸੰਗਤ ਵੱਲੋਂ ਆਪ ਜੀ ਨੂੰ ਕੀਤਾ ਜਾ ਰਿਹਾ, ਬਹੁਤ ਹੀ ਵੱਡਾ ਔਰ ਅਹਿਮ ਮੁੱਦਾ, ਖਾਸ ਕਰਕੇ ਨੌਜਵਾਨਾਂ ਦਾ। ਮੂਲ ਨਾਨਕਸ਼ਾਹੀ ਕੈਲੰਡਰ 2003 ਜਦੋਂ ਲਾਗੂ ਕੀਤਾ ਗਿਆ, ਪੂਰੇ ਪੰਥਕ ਤੌਰ 'ਤੇ ਲਾਗੂ ਕੀਤਾ ਗਿਆ ਅਕਾਲ ਤਖਤ ਵੱਲੋਂ, ਤਾਂ ਸ੍ਰੀ ਅਕਾਲ ਤਖਤ ਦੇ ਲਾਗੂ ਕਰਨ ਤੋਂ ਬਾਅਦ ਕੁਝ ਸਾਲਾਂ ਬਾਅਦ ਉਹਦਾ ਘਾਣ ਕਰ ਦਿੱਤਾ ਗਿਆ।
ਜੰਮੂ ਕਸ਼ਮੀਰ ਦੇ ਵਿੱਚ ਵੀ ਬਿਲਕੁਲ ਉਸੇ ਤਰ੍ਹਾਂ ਹੋਇਆ। ਕੁਝ ਨੌਜਵਾਨਾਂ ਨੇ, ਕੁਝ ਪੰਥਕ ਜਥੇਬੰਦੀਆਂ ਨੇ ਮਿਲ ਕੇ ਉਹਨੂੰ ਫਿਰ ਤੋਂ ਜੰਮੂ ਕਸ਼ਮੀਰ ਦੇ ਵਿੱਚ ਬਹਾਲ ਕਰਵਾਇਆ, ਲਾਗੂ ਕਰਵਾਇਆ, ਮਗਰ ਉਸ ਦਾ ਫਿਰ ਕੁਝ 1-2 ਸਾਲਾਂ ਦੇ ਅੰਦਰ ਹੀ ਘਾਣ ਕਰ ਦਿੱਤਾ ਗਿਆ। ਤੁਹਾਡਾ ਕੀ ਸਟੈਂਡ ਹੈ ਮੂਲ ਨਾਨਕਸ਼ਾਹੀ ਕੈਲੰਡਰ ਦੇ ਉੱਪਰ, ਔਰ ਤੁਸੀਂ ਕਿਸ ਤਰ੍ਹਾਂ ਦਾ ਸੰਘਰਸ਼ ਕਰੋਗੇ ਇਹਨੂੰ ਮੁੜ ਕੇ ਲਾਗੂ ਕਰਵਾਉਣ ਵਿੱਚ, ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ? ਮੈਂ ਜ਼ਰੂਰੀ ਇਹ ਗੱਲ ਸਰਬਤ ਸੰਗਤ ਨੂੰ ਅਗਾਹ ਕਰਦੇ ਹਾਂ, ਸੁਚੇਤ ਕਰਦੇ ਹਾਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਕੋਈ ਆਮ ਕੈਲੰਡਰ ਨਹੀਂ ਹੈ। ਇਹ ਸਿੱਖ ਕੌਮ ਦੀ ਵੱਖਰੀ ਹੋਂਦ ਦਾ ਪ੍ਰਤੀਕ ਹੈ। ਇਹ ਸਾਡਾ ਅਡਰਾਪਨ ਹੈ ਔਰ ਇਹ ਸਾਡਾ ਨਵੀਨ ਯੁੱਗ ਦੇ ਵਿੱਚ, ਸਾਇੰਸ ਦੇ ਯੁੱਗ ਵਿੱਚ ਸਾਡਾ ਵਿਗਿਆਨਕ ਧਰਮ ਹੈ ਔਰ ਦੁਨੀਆ ਦਾ ਇੱਕੋ ਇੱਕ ਧਰਮ ਹੈ ਸਿੱਖ ਧਰਮ, ਜਿਹੜਾ ਸਾਂਝੀਵਾਲਤਾ ਦਾ ਧਰਮ ਹੈ। ਧਾਰਮਿਕ ਤੌਰ 'ਤੇ ਸਿੱਖ ਧਰਮ ਦਾ ਕਿਸੇ ਹੋਰ ਦੂਜੇ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸਿੱਖ ਧਰਮ ਇੱਕ ਨਿਵੇਕਲਾ ਅਤੇ ਗੁਰੂਆਂ ਦਾ ਨਰੋਵਾ ਧਰਮ ਹੈ ਔਰ ਸਰਬਤ ਦਾ ਭਲਾ ਮੰਗਦਾ ਸਾਰੀ ਦੁਨੀਆ ਦਾ, ਇਹਦੇ 'ਚ ਕੋਈ ਦੋਏ ਰਾਏ ਨਹੀਂ ਹੈ। ਰਹੀ ਗੱਲ ਮੂਲ ਨਾਨਕਸ਼ਾਹੀ ਕੈਲੰਡਰ, ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਗੁਰੂਆਂ ਦੇ ਗੁਰਪੁਰਬ ਅਤੇ ਹੋਰ ਦਿਹਾੜੇ ਫਿਕਸ ਕੀਤੇ ਗਏ ਬੜੀ ਕਠਿਨ ਮਿਹਨਤ ਦੇ ਨਾਲ। ਪੂਰੇ ਵਾਲ ਨੇ ਆਪਣੀ ਸਾਰੀ ਜ਼ਿੰਦਗੀ ਅੱਧਾ ਹਿੱਸਾ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ 'ਤੇ ਲਗਾਇਆ। ਸਾਇੰਸ ਦੀ ਕਸਵੱਟੀ ਉੱਤੇ ਪਰਖ ਕੇ ਇਹ ਵਿਗਿਆਨਕ ਢੰਗ ਦੇ ਨਾਲ, ਇਹ ਆਮ ਲੋਕਾਂ ਨੂੰ ਸਮਝ ਨਹੀਂ ਆਉਣੀ ਇਸ ਗੱਲ ਦੀ, ਇਹ ਪੂਰੇ ਵਾਲ ਦਾ ਇਕੱਲਾ ਕੰਮ ਨਹੀਂ ਸੀ, ਪੂਰੇ ਪਾਲ ਦੇ ਨਾਲ ਪੂਰੀ ਟੀਮ ਸੀ ਜਿਸ ਦੇ ਵਿੱਚ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਨ, ਸਾਇੰਟਿਸਟ ਸਨ, ਵਿਦਵਾਨ ਸਨ। 30 ਸਾਲ ਲੱਗੇ ਇਸ ਨੂੰ ਤਿਆਰ ਕਰਵਾਉਂਦਿਆਂ। ਤੁਸੀਂ ਅੱਗੇ ਵੇਖੋ ਇਹਦੇ ਵਿੱਚ ਖੂਬੀਆਂ ਕੀ ਨੇ, ਜਿਨ੍ਹਾਂ ਨੂੰ ਈਸਵੀ ਸਨ ਦੇ ਨਾਲ ਐਲਰਜੀ ਹੈ। ਈਸਵੀ ਸਨ ਆਪਣੇ ਬੱਚਿਆਂ ਦੇ ਸਰਟੀਫਿਕੇਟ, ਆਪਣੇ ਸਰਟੀਫਿਕੇਟ ਡੇਟ ਆਫ ਬਰਥ ਈਸਵੀ ਨਾਲ ਬਣਾਏ ਹੋਏ ਨੇ ਅਸੀਂ ਮੌਜੂਦਾ ਕੈਲੰਡਰ ਨਾਲ, ਅਤੇ ਗੁਰੂ ਸਾਹਿਬਾਂ ਨੂੰ ਅਸੀਂ ਬਿਕਰਮੀ ਕੈਲੰਡਰ ਦੇ ਨਾਲ ਜੋੜ ਕੇ ਰੱਖਿਆ ਹੋਇਆ ਜੀ। ਔਰ ਮੰਦਭਾਗੀ ਗੱਲ, ਗੁਰੂ ਸਾਹਿਬਾਂ ਦੇ ਗੁਰਪੁਰਬ ਬਿਕਰਮੀ ਦੇ ਨਾਲ ਅਤੇ ਆਪਣੇ ਬੱਚਿਆਂ ਦੀਆਂ ਡੇਟ ਆਫ ਬਰਥਾਂ ਈਸਵੀ ਸਨ ਦੇ ਨਾਲ। ਇੰਨਾ ਵੱਡਾ ਵਿਤਕਰਾ। ਨੰਬਰ 2, ਇਹਨਾਂ ਨੇ ਕਿਹਾ ਕਿ ਈਸਵੀ ਸਨ ਅਤੇ ਬਿਕਰਮੀ ਜਿਹੜਾ ਦੇਸੀ ਮਹੀਨੇ, ਗੁਰੂ ਸਾਹਿਬਾਂ ਨੇ 12 ਮਾਲ ਉਤਾਰੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਵਿੱਚ, ਗੁਰੂ ਅਰਜਨ ਪਾਤਸ਼ਾਹ ਨੇ ਮਾਝ ਰਾਗ ਵਿੱਚ। ਉਹਨਾਂ ਮਹੀਨਿਆਂ ਦੇ ਦਿਨ ਨਹੀਂ ਮਿੱਥੇ ਹੋਏ, ਮਹੀਨੇ ਜ਼ਰੂਰ ਉਚਾਰਨ ਕੀਤੇ ਨੇ। ਦਿਨਾਂ ਦੀ ਗਿਣਤੀ ਪੰਥ ਨੇ ਨਿਯੁਕਤ ਕੀਤੀ ਹੈ। ਬਹੁਤ ਵਧੀਆ ਗ੍ਰੰਥ ਗੁਰੂਆਂ ਨੇ ਲਿਖਿਆ, ਮਰਿਆਦਾ ਪੰਥ ਨੇ ਲਿਖੀ ਹੈ। ਗੁਰੂ ਗ੍ਰੰਥ ਅਤੇ ਗੁਰੂ ਦਾ ਪੰਥ, ਇਹ ਦੋਨਾਂ ਦਾ ਸੁਮੇਲ ਹੈ, ਦੋਵੇਂ ਮਿਲ ਕੇ ਚੱਲਦੇ ਨੇ। ਉਹਨਾਂ ਨੇ, ਵਿਦਵਾਨਾਂ ਨੇ, ਪੰਥ ਨੇ ਕੈਲੰਡਰ ਤਿਆਰ ਕੀਤਾ ਜਿਹਦੇ ਨਾਲ ਅੰਗਰੇਜ਼ੀ ਮਹੀਨੇ ਅਤੇ ਦੇਸੀ ਮਹੀਨੇ ਦੀਆਂ ਦੋਨੋਂ ਡੇਟਾਂ ਬਰਾਬਰ ਆਉਂਦੀਆਂ। ਕਿਸੇ ਨੂੰ ਤਕਲੀਫ ਕੀ ਹੈ ਇਹਦੇ ਵਿੱਚ, ਦਿੱਕਤ ਕੀ ਆਉਂਦੀ ਹੈ, ਕਿਉਂ ਮਜਬੂਰ ਹੁੰਦੇ ਹੋ ਤੁਸੀਂ? ਅਸੀਂ ਸਮੇਂ ਦੇ ਹਾਣ ਨਾਲ ਚੱਲਦੇ ਹਾਂ। ਦੂਸਰੀ ਗੱਲ ਮੈਂ ਜ਼ਰੂਰੀ ਕਹਿਣਾ ਚਾਹੁੰਦਾ, ਧਿਆਨਯੋਗ ਹੈ, ਗੁਰੂ ਸਾਹਿਬ ਦੇ ਸਮੇਂ ਪਲ, ਘੜੀਆਂ, ਪੈਰ ਹੁੰਦੇ ਸਨ, ਅੱਜ ਹਨ। ਉਹਨਾਂ ਮੁਤਾਬਕ ਚੱਲਦੇ ਹਾਂ। ਗੁਰਬਾਣੀ ਵਿੱਚ ਪੈਰ, ਪਲ ਅਤੇ ਘੜੀਆਂ ਵੀ ਜ਼ਿਕਰ ਆਉਂਦਾ, ਅਸੀਂ ਕਰਦੇ ਹਾਂ। ਦੂਸਰੀ ਗੱਲ, ਗੁਰੂ ਸਾਹਿਬਾਂ ਨੇ ਉਸ ਸਮੇਂ ਦੇ ਮੁਤਾਬਕ ਜਿਹੜਾ ਉੱਥੋਂ ਉਸਲੇ ਮੌਕੇ ਦੇ ਰਿਵਾਜ ਸਨ, ਉਹਨਾਂ ਦੀ ਜ਼ਿਕਰ ਕੀਤਾ ਗੁਰਬਾਣੀ ਦੇ ਵਿੱਚ। ਖੂਹ ਦੇ ਵਿੱਚ ਲੱਜਾਂ ਦੇ ਨਾਲ ਪਾਣੀ ਕੱਢਿਆ ਜਾਂਦਾ ਸੀ, ਅੱਜ ਕੱਢਦੇ ਹਾਂ ਅਸੀਂ। ਗੁਰੂ ਸਾਹਿਬ ਦੇ ਸਮੇਂ ਘੜੇ ਹੁੰਦੇ ਸਨ, ਕੁੰਭੇ ਬੱਧਾ ਜਲ ਰਿਹਾ ਹੈ, ਜਲ ਬਿਨ ਕੁੰਭ ਨਾ ਹੋਏ। ਘੜੇ ਹਨ ਸਾਡੇ ਘਰਾਂ ਵਿੱਚ। ਸਮੇਂ ਦੇ ਨਾਲ ਬਦਲਦਾ ਹੈ, ਅਸੀਂ ਸਮੇਂ ਦੇ ਨਾਲ ਚੱਲਣਾ ਹੈ, ਨਾ ਕਿ ਅਸੀਂ 14ਵੀਂ ਸਦੀ ਦੇ ਯੁੱਗ ਵਿੱਚ ਰਹਿਣ ਵਾਲੇ ਲੋਕ। ਅਸੀਂ ਮਾਡਰਨ ਯੁੱਗ ਦੇ ਨਾਲ ਚੱਲਣ ਵਾਲੇ ਲੋਕ ਹਾਂ। ਡੇਟਾਂ ਵਿੱਚ ਕੁਝ ਨਹੀਂ ਰੱਖਿਆ, ਲੇਕਿਨ ਡੇਟ ਫਿਕਸ ਤਾਂ ਹੋਣੀ ਚਾਹੀਦੀ ਹੈ ਨਹੀਂ। ਨੰਬਰ 2, 16 ਜੂਨ 2 ਹਾੜ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ। ਤਕਲੀਫ ਕੀ ਹੈ ਕਿਸੇ ਨੂੰ? ਜਦੋਂ 2 ਹਾੜ ਹੋਏਗੀ 16 ਜੂਨ ਹੋਏਗਾ, ਡੇਟ ਮਿਕਸ ਕੀਤੀ ਗਈ। ਹਰ ਸਾਲ 16 ਜੂਨ ਜਿਹੜਾ ਹੈ 2 ਹਾੜ ਨੂੰ ਆਏਗਾ, 2 ਹਾੜ ਹੀ ਹੋਏਗੀ। ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ 5 ਜੁਲਾਈ ਅਤੇ 21 ਹਾੜ ਨੂੰ ਆਏਗਾ। 21 ਹਾੜ ਅਤੇ 5 ਜੁਲਾਈ ਦੋਨੋਂ ਡੇਟਾਂ ਇਕੱਠੀਆਂ ਆਉਣਗੀਆਂ ਗੁਰੂ ਹਰਗੋਬਿੰਦ ਸਾਹਿਬ ਦੀਆਂ। ਕਿਉਂ ਬਦਲਦੇ ਹੋ ਤੁਸੀਂ? ਹਰ ਸਾਲ ਸੇਮ ਹੀ ਰਹੇਗਾ, ਦੋਨੋਂ ਡੇਟਾਂ ਬਰਾਬਰ ਆਉਣਗੀਆਂ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ 9 ਅਕਤੂਬਰ, 5 ਅੱਸੂ ਔਰ 9 ਅਕਤੂਬਰ ਦੀਆਂ ਦੋਨੋਂ ਡੇਟਾਂ ਬਰਾਬਰ ਆਉਣਗੀਆਂ। ਤੁਸੀਂ ਅੰਗਰੇਜ਼ੀ ਨਾਲ ਐਲਰਜੀ ਰੱਖਦੇ ਹੋ ਤਾਂ ਦੇਸੀ ਮਹੀਨੇ ਨਾਲ ਚੱਲ ਜਾਓ, ਤੁਹਾਨੂੰ ਕੀ ਪ੍ਰੋਬਲਮ ਆਉਂਦੀ ਹੈ? ਗੁਰੂ ਤੇਗ ਬਹਾਦਰ ਦੀ ਸ਼ਹੀਦੀ 24 ਨਵੰਬਰ 11 ਮੱਘਰ ਨੂੰ ਆਉਂਦੀ ਹੈ। 11 ਮੱਘਰ ਔਰ 24 ਨਵੰਬਰ ਬਰਾਬਰ ਆਉਂਦਾ। ਗੁਰੂ ਕਲਗੀਧਰ ਪਾਤਸ਼ਾਹ ਦਾ 5 ਜਨਵਰੀ 23 ਪੋਹ ਨੂੰ ਆਉਂਦਾ।
ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 21 ਦਸੰਬਰ 8 ਪੌਹ ਨੂੰ ਆਉਂਦੀ ਹੈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 26 ਦਸੰਬਰ 13 ਪੌਹ ਨੂੰ ਆਉਂਦੀ। ਪ੍ਰੋਬਲਮ ਕੀ ਹੈ, ਕਿਉਂ ਅਸੀਂ ਇਸ ਤਰ੍ਹਾਂ ਕਰਦੇ ਹਾਂ? ਮਤਲਬ ਕਿ ਹਰ ਹੁਣ ਸਾਲ ਤੁਸੀਂ ਇਹ ਅੰਗਰੇਜ਼ੀ ਮਹੀਨੇ ਦੇ ਨਾਲ ਦੇਸੀ ਮਹੀਨੇ fixed ਚੱਲਦੇ ਡੇਟਾਂ ਨੇ। ਹਨ, ਹੁਣ- ਦੇਸੀ ਡੇਟਾਂ ਵੀ। ਹੁਣ ਜਿਹੜੀ ਵਿਪਰ ਦੀ ਜੰਤਰੀ ਹੈ, ਜਿਹਨੂੰ ਅਸੀਂ ਕੈਲੰਡਰ ਕਹਿੰਦੇ ਆ ਨਾਨਕਸ਼ਾਹੀ, ਨਾ ਮੂਲ ਨਾਨਕਸ਼ਾਹੀ ਕੈਲੰਡਰ ਪੰਥ ਦੇ ਵਿਦਵਾਨਾਂ ਨੇ ਤਿਆਰ ਕੀਤਾ, ਵਿਕਰਮੀ ਜੰਤਰੀ ਜਿਹੜੀ ਹੈ ਉਹ ਵਿਪਰ ਤਿਆਰ ਕਰਦਾ ਹੈ। ਬਿਲਕੁਲ। ਔਰ ਉਹਨਾਂ ਦੇ ਦੇਸੀ ਮਹੀਨਿਆਂ ਦੇ ਵੀ ਗਿਣਤੀ ਅੱਗੇ ਪਿੱਛੇ ਹੈ। ਸਾਡੀ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਨੇ ਉਹ ਪਾਸ ਕੀਤਾ ਅਕਾਲ ਤਖਤ ਤੋਂ ਸਾਡਾ ਮੂਲ ਨਾਨਕਸ਼ਾਹੀ ਕੈਲੰਡਰ। ਉਹਦੇ ਵਿੱਚ ਕਿ ਜਿਹੜੇ ਪਹਿਲੇ 5 ਮਹੀਨੇ ਨੇ 31 ਦੇ ਨੇ, ਹਾਂਜੀ ਬਿਲਕੁਲ। ਤੇ ਅਗਲੇ 7 ਮਹੀਨੇ 30 ਦੇ ਨੇ। 365 ਦਿਨ ਨੇ ਸਾਡੇ ਕੈਲੰਡਰ ਦੇ। ਤੁਸੀਂ ਦੱਸੋ, ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਪੂਰਾ ਸਰਬੰਸ ਕੁਰਬਾਨ ਕਰ ਦਿੱਤਾ। ਉਹ 2015 ਵਿੱਚ 5 ਜਨਵਰੀ ਨੂੰ ਉਹਨਾਂ ਦਾ ਗੁਰਪੁਰਬ ਆਉਂਦਾ ਹੈ, 2016 ਵਿੱਚ 16 ਜਨਵਰੀ ਨੂੰ ਆਉਂਦਾ ਹੈ, 2017 ਵਿੱਚ 5 ਜਨਵਰੀ ਤੇ 28 ਦਸੰਬਰ ਨੂੰ ਆਉਂਦਾ ਹੈ। ਕਿੰਨੀ ਮੰਦਭਾਗੀ ਗੱਲ ਹੈ, 2018 ਵਿੱਚ ਆ ਨਹੀਂ ਰਿਹਾ, 17 ਵਿੱਚ 2 ਵਾਰ ਆ ਗਿਆ, 17 ਦੇ ਵਿੱਚ ਦੋ ਵਾਰ ਵਾਰੀ ਇੱਕੋ ਸਾਲ ਵਿੱਚ ਗੁਰਪੁਰਬ ਆਉਂਦਾ ਹੈ, ਔਰ ਪ੍ਰਕਾਸ਼ ਪੁਰਬ। ਔਰ ਦੇਖੋ ਇਸ ਤੋਂ ਵੱਡੇ ਵਿਸ਼ਵਾਸਘਾਤ ਦੇਖੋ, 28 ਦਸੰਬਰ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਰਹੰਦ 'ਚ ਮਨਾਈ ਜਾ ਰਹੀ ਹੈ, ਤੇ 28 ਦਸੰਬਰ ਨੂੰ ਹੀ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਆਤਿਸ਼ਬਾਜ਼ੀ ਨਾਲ ਦਰਬਾਰ ਸਾਹਿਬ 'ਚ ਮਨਾਇਆ ਜਾ ਰਿਹਾ ਹੈ। ਬਿਲਕੁਲ ਬਿਲਕੁਲ। ਹੁਣ ਇਹਦੇ ਵਿੱਚ ਤੁਸੀਂ ਵੇਖ ਲਓ, ਇੱਕ ਪਾਸੇ ਉੱਥੇ ਸੋਗ ਮਨਾਇਆ ਜਾ ਰਿਹਾ, ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਦੂਜੇ ਪਾਸੇ ਆਤਿਸ਼ਬਾਜ਼ੀ ਨਾਲ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਜਿਸ ਗੁਰੂ ਦੇ ਪੁੱਤਰਾਂ ਨੇ ਸਾਡੀਆਂ ਨੀਹਾਂ ਰੱਖੀਆਂ ਸਰਹੰਦ ਦੇ ਵਿੱਚ ਆਪਣੇ ਆਪ 'ਚ ਨਿਭਾ ਕੇ, ਉਸ ਗੁਰੂ ਕਿਹੜਾ ਬਾਪ ਹੈ ਜਿਹੜਾ ਆਪਣੇ ਬੱਚਿਆਂ ਦੀ ਸ਼ਹੀਦੀ ਉੱਤੇ ਆਪਣੀਆਂ ਖੁਸ਼ੀਆਂ ਦੇ ਗੁਰਪੁਰਬ ਵੇਖਦਾ ਖੁਸ਼ ਹੋਵੇਗਾ? ਸਮਝ ਆਵੇਗੀ ਕਿਸੇ ਨੂੰ? 2019 ਵਿੱਚ 13 ਜਨਵਰੀ ਨੂੰ ਆ ਰਿਹਾ, 2020 ਨੂੰ 2 ਜਨਵਰੀ ਨੂੰ ਆ ਰਿਹਾ, 2021 ਨੂੰ 20 ਜਨਵਰੀ ਨੂੰ ਆ ਰਿਹਾ, 2022 ਨੂੰ 2 ਵਾਰ ਆ ਰਿਹਾ, 9 ਜਨਵਰੀ ਤੇ 29 ਦਸੰਬਰ ਨੂੰ। ਫਿਰ 23 ਨੂੰ ਨਹੀਂ ਆ ਰਿਹਾ, 24 5 ਨੂੰ ਫਿਰ 2 ਵਾਰ ਆ ਰਿਹਾ, 24 ਨੂੰ 17 ਜਨਵਰੀ ਨੂੰ ਆ ਰਿਹਾ, 26 ਨੂੰ ਨਹੀਂ ਆ ਰਿਹਾ। ਇਹ ਪ੍ਰੋਬਲਮ ਜਿਹੜੀ ਹੈ ਅਸੀਂ ਕ੍ਰੀਏਟ ਕਰ ਰਹੇ ਹਾਂ, ਇਹ ਸਰਾਸਰ ਗੁਰੂ ਸਾਹਿਬਾਂ ਦੇ ਨਾਲ ਧੱਕਾਸ਼ਾਹੀ ਹੈ, ਬੇਇਨਸਾਫੀ ਹੈ, ਮੈਂ ਕਹਿੰਦਾ ਗਦਾਰੀ ਵੀ ਹੈ। ਮਾफ़ ਕਰਨਾ ਸ਼ਬਦ ਮੈਂ ਇਹੋ ਜਿਹੇ ਵਰਤ ਰਿਹਾ, ਪਰ ਅਸੀਂ ਕਰਕੇ ਰਹੇ ਹਾਂ। ਸਾਨੂੰ ਕਿਉਂ ਨਹੀਂ ਡੇਟਾ ਫਿਕਸ ਕਰਨੀਆਂ ਆਉਂਦੀਆਂ? ਇਹ 2010 ਵਿੱਚ ਕਿਉਂ ਤੋੜਿਆ ਗਿਆ? ਜਿਨ੍ਹਾਂ ਦੇ ਨਾਲ ਅਸੀਂ 9 ਮਾਸ ਦੇ ਰਿਸ਼ਤੇ ਬਣਾਏ, ਜਿਨ੍ਹਾਂ ਨੂੰ ਅਸੀਂ ਪਤੀ ਪਤਨੀ ਦੇ ਰਿਸ਼ਤੇ ਬਣਾ ਕੇ ਰਾਜਨੀਤੀਆਂ ਚਲਾਈਆਂ, ਇਹ ਉਹਨਾਂ ਨੇ ਤੋੜਿਆ, ਉਹਨਾਂ ਨੇ ਤੁੜਵਾਇਆ। ਔਰ ਜਿਨ੍ਹਾਂ ਨੇ ਤੋੜਿਆ, ਅਰਦਾਸ ਹੋਈ ਤੋੜੀ, ਉਹ ਅੱਜ ਰਾਜਨੀਤਿਕ ਤੌਰ 'ਤੇ ਭਸਮ ਹੋ ਕੇ ਘਰ ਬਹਿ ਗਏ ਨੇ। ਉਹਨਾਂ ਦਾ ਕਦੇ ਵੀ ਹਰਿਆਵਲ ਨਹੀਂ ਹੋਣਾ, ਰਾਜਨੀਤੀ ਕਦੇ ਹਰਿਆਵਲ ਨਹੀਂ ਹੋਣੀ। ਇਹ ਗੁਰੂ ਦੀ ਮਾਰ ਪੈਂਦੀ ਹੈ, ਇਹ ਗੁਰੂ ਦੇ ਨਾਲ ਧੱਕਾ ਸੀ ਇਹ, ਔਰ ਉਹਨਾਂ ਨੇ ਘਰ ਬੈਠਣ ਦੇ ਮਜਬੂਰ ਹੋ ਗਏ ਨੇ। ਅੱਜ ਪੰਥ ਜਾਗਿਆ। ਮੈਂ ਉਮੀਦ ਕਰਦਾ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਹੋਏਗਾ। 70% ਦੁਨੀਆ ਦੇ 70% ਹਿੱਸੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਏ ਜਾਂਦੇ ਨੇ ਪੂਰੇ ਯੂਰਪ ਦੇ ਵਿੱਚ, ਔਰ ਪੰਜਾਬ ਦੇ 70% ਹਿੱਸੇ ਵਿੱਚ, ਜੰਮੂ ਕਸ਼ਮੀਰ ਦੇ ਪੂਰੀ ਕਸ਼ਮੀਰ ਵੈਲੀ ਵਿੱਚ, ਕਠੂਆ ਵਿੱਚ, ਔਰ ਲਬਾਨਾ ਬਰਾਦਰੀ ਦੇ ਸਾਰੇ ਗੁਰਦੁਆਰਿਆਂ ਵਿੱਚ। ਪਿਛਲੇ ਸਾਲ ਔਰ ਇਸ ਸਾਲ ਜੰਮੂ ਜ਼ਿਲ੍ਹੇ ਦੇ 63 ਗੁਰਦੁਆਰਿਆਂ ਦੇ ਵਿੱਚ ਮੇਰੇ ਕੋਲ ਪੂਰੀ ਲਿਸਟ ਹੈ, ਜੇ ਤੁਹਾਨੂੰ ਚਾਹੀਦੀ ਮੈਂ ਦੇ ਦਿਆਂਗਾ। ਪੂਰਾ ਸਰਵੇ ਕਰਕੇ ਅਸੀਂ ਵੇਖਿਆ 62-63 ਗੁਰਦੁਆਰਿਆਂ ਦੇ ਵਿੱਚ ਮੂਲ ਨਾਨਕਸ਼ਾਹੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੋ ਜੰਮੂ ਕਸ਼ਮੀਰ ਦੀ ਸੰਗਤ ਹੈ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹੈ, ਤੋ ਤੁਸੀਂ ਇਸ ਦਾ ਪੁਰਜ਼ੋਰ ਸਮਰਥਨ ਕਰਦੇ ਹੋ? ਮੇਰੇ ਕੋਲ ਇੱਕ ਫਾਈਲ ਹੈ ਜੋ ਮੈਂ ਆਪ ਜੀ ਦੇ ਜਥੇਬੰਦੀ ਕੋਲੋਂ ਲਈ ਸੀ। ਉਹਦੇ ਵਿੱਚ ਗੁਰਪੁਰਬ ਵਾਲੇ ਦਿਨ 10,000 ਤੋਂ ਵੱਧ ਸੰਗਤਾਂ ਨੇ ਸਾਈਨ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਫਤਵਾ ਦਿੱਤਾ। ਜੇ ਇਹ ਤਾਂ ਸੰਗਤ ਉੱਥੇ ਪਹੁੰਚੀ ਹੋਈ ਸੀ, ਉਹਨਾਂ ਦੇ ਸਾਈਨ ਕਰਵਾਏ ਨੇ। ਜੇ ਅਸੀਂ ਘਰ ਘਰ ਸਾਈਨ ਕਰਵਾਈਏ, ਇਹਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਜਾਏਗੀ, ਇਹਦੇ ਕੋਲੋਂ 2 ਗੁਣਾ ਜ਼ਿਆਦਾ ਪਹੁੰਚ ਜਾਏਗੀ। ਸੰਗਤ ਚਾਹੁੰਦੀ ਹੈ, ਪਰ ਸਾਡੇ ਉੱਪਰਲੇ ਪ੍ਰਬੰਧ ਵਿੱਚ ਜਿਹੜੇ ਬੈਠੇ ਹੋਏ ਨੇ, ਉਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਨੇ। ਉਹ ਨਹੀਂ ਚਾਹੁੰਦੇ ਕਿ ਅਸੀਂ ਵੱਖ ਹੋ ਕੇ ਵੱਖਰੀ ਹੋਂਦ ਕਾਇਮ ਕਰ ਸਕੀਏ। ਇਹ ਮੇਰੀ ਬੇਨਤੀ ਹੈ ਸੰਗਤ ਨੂੰ। ਦੂਸਰੀ, ਮੈਂ ਅੰਤ ਵਿੱਚ ਆਪਣੇ ਵੱਲੋਂ ਇੱਕ ਬੇਨਤੀ ਕਰਨਾ ਚਾਹੁੰਦਾ। ਚੋਣਾਂ ਹੋਣ ਵਾਲੀਆਂ ਨੇ, ਮੈਂ ਪੰਥ ਦਾ ਨੁਮਾਇੰਦਾ, ਕੂਕਰ ਹਾਂ, ਪਹਿਰੇਦਾਰ ਹਾਂ, ਚੌਕੀਦਾਰ ਹਾਂ। ਮੈਨੂੰ ਪੰਥ ਨੇ ਖੜਾ ਕੀਤਾ, ਪੰਥ ਦੀਆਂ ਸੰਸਥਾਵਾਂ ਨੇ, ਇਸਤਰੀ ਸਤਸੰਗ ਸਭਾਵਾਂ ਨੇ, ਸਾਰਿਆਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਨੂੰ ਅੱਗੇ ਤੋਰਿਆ।
ਮੈਂ ਸੰਗਤ ਦੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਵਾਅਦਾ ਕਰਦਾ, ਮੈਂ ਆਪਣੇ ਗੁਰੂ ਦੇ ਨਾਲ, ਆਪਣੀ ਸੰਗਤ ਦੇ ਨਾਲ, ਆਪਣੇ ਪੰਥ ਦੇ ਨਾਲ ਕਦੇ ਵੀ ਪਿੱਠ ਨਹੀਂ ਦਿਖਾਵਾਂਗਾ, ਨਾ ਧੋਖਾ ਕਰਾਂਗਾ। ਮੇਰਾ ਪਹਿਲਾ ਨਿਸ਼ਾਨਾ ਰਹੇਗਾ ਗੁਰੂਆਂ ਦੇ ਗੁਰਪੁਰਬਾਂ ਨੂੰ ਫਿਕਸ ਕਰਵਾਉਣ ਦਾ, ਮੇਰਾ ਯਤਨ ਰਹੇਗਾ। ਦੂਸਰਾ, ਗੁਰੂ ਘਰਾਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਤਨਖਾਹਾਂ ਵਿੱਚ ਯੋਗ ਵਾਧਾ ਕਰਨ ਦਾ ਅਤੇ ਉਹਨਾਂ ਦੇ ਹੈਲਥ ਇੰਸ਼ੋਰੈਂਸ ਕਰਨ ਦਾ, ਇਹ ਮੇਰਾ ਵਾਅਦਾ ਰਿਹਾ। ਅੱਗੇ ਜੋ ਮੈਨੀਫੈਸਟੋ ਵਿੱਚ ਸਾਡੇ 18 ਪੁਆਇੰਟ ਨੇ ਉਹ ਮੈਂ ਸਾਰੇ ਪੜ੍ਹ ਕੇ ਸੁਣਾ ਨਹੀਂ ਸਕਦਾ, ਨੈੱਟ ਤੋਂ ਦੇਖਣੇ ਹੋਣ ਤਾਂ ਵੀ ਤੁਸੀਂ ਦੇਖ ਸਕਦੇ ਹੋ। ਪੰਥਕ ਏਕਤਾ ਮੋਰਚਾ ਦੇ ਬੈਨਰ ਥੱਲੇ ਅਸੀਂ ਚੋਣ ਲੜ ਰਹੇ ਹਾਂ। ਸਾਡੇ ਨਾਲ ਹੋਰ ਵੀ ਸਾਥੀ ਨੇ ਜੋ ਲੜ ਰਹੇ ਨੇ, ਸਾਡੇ ਨਾਲ ਦੂਸਰੇ ਸਾਡੀ ਸੋਚ ਵਾਲੇ ਵੀ ਹਨ। ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਆਪਣੀ ਕਮੇਟੀ ਬਣੇ, ਮੂਲ ਨਾਨਕ ਸ਼ਹੀਦ ਕੈਲੰਡਰ ਅਸੀਂ ਪਹਿਲੇ ਦਿਨ ਤੋਂ ਲਾਗੂ ਕਰੀਏ ਅਤੇ ਸੰਗਤ ਨੂੰ ਸਮਰਪਿਤ ਕਰੀਏ। ਇਹ ਮੇਰੀ ਬੇਨਤੀ ਆ। 27 ਜੂਨ ਨੂੰ ਚੋਣ ਹੋਣੀ ਹੈ। ਸੰਗਤ ਮੇਰੇ ਹੱਕ ਵਿੱਚ ਫਤਵਾ ਦੇਵੇ, ਇੱਕ ਮੌਕਾ ਦੇਵੇ ਔਰ ਪਰਖੇ ਆਪਣੇ ਕੁੱਕਰ ਨੂੰ। ਔਰ ਮੈਂ ਵਾਅਦਾ ਕਰਦਾ ਜੋ ਕਿਹਾ ਉਹ ਨਿਭਾ ਕੇ ਮੈਂ ਤੁਹਾਡੇ ਨਾਲ ਵਚਨਬੱਧਤਾ, ਇਕਰਾਰਨਾਮਾ ਮੇਰਾ, ਮੈਂ ਜੋ ਕਿਹਾ ਉਹ ਕਰ ਵਿਖਾਵਾਂਗਾ। 27 ਜੂਨ ਨੂੰ ਹੈਲੀਕਾਪਟਰ ਮੇਰਾ ਚੋਣ ਨਿਸ਼ਾਨ ਹੈ। ਅੰਮ੍ਰਿਤ ਵੇਲੇ ਆਪਣੀ ਵਿਵੇਕ ਬੁੱਧੀ ਦੇ ਨਾਲ ਤੁਸੀਂ ਯੋਗ ਸਮਝਦੇ ਹੋ, ਜ਼ਰੂਰ ਵੋਟ ਦੇ ਕੇ ਮੈਨੂੰ ਇੱਕ ਮੌਕਾ ਦੇ ਕੇ ਮੈਨੂੰ ਪਰਖਣ ਦਾ ਇੱਕ ਮੌਕਾ ਦਿਓ ਤਾਂ ਕਿ ਮੈਂ ਤੁਹਾਡੀ ਸੇਵਾ ਕਰ ਸਕਾਂ, ਪੰਥ ਦੀ ਸੇਵਾ ਕਰ ਸਕਾਂ। ਇਹ ਮੇਰੀ ਬੇਨਤੀ ਹੈ, ਡੰਡੋਤ ਬੰਦਨਾ ਹੈ, ਅਰਦਾਸ ਹੈ ਮੇਰੀ ਸੰਗਤ ਅੱਗੇ। तो आपसी साई टीवी देख रहे सारे ही दर्शकों ने देख लिया है कि प्रिंसीपल दविंदरपाल सिंह जी ने खुल के अपने विचार जड़े हैं वो गुरु ग्रंथ साहब महाराज जी की पावन पवित्र हजूरी दे विच संगतां दे नाल साझे कीते हैं। तो आस करते हैं कि जे ये DGPC ਦੀਆਂ ਚੋਣਾਂ ਦੇ ਵਿੱਚੋਂ ਚੁਣੇ ਜਾਣ ਤੋਂ ਬਾਅਦ ਜਦ DGPC ਦੇ ਮੈਂਬਰ ਬਣ ਕੇ ਅੱਗੇ ਆਉਣਗੇ ਤੇ ਆਪਣੇ ਕੀਤੇ ਹੋਏ ਵਾਅਦੇ ਇਹ ਜ਼ਰੂਰ ਪੂਰੇ ਕਰਨਗੇ। तो साध संगत जी, आप जी जो है परख के ਜਾਣ ਕੇ ਦੇਖ ਕੇ ਜਿੱਥੇ ਵੀ ਯੋਗ ਤੁਹਾਡਾ ਬਣਦਾ ਹੈ ਉੱਥੇ ਮਤ ਤੁਸੀਂ ਆਪਣਾ ਦੇਣੀ ਹੈ। ਤੋ ਇੰਨੇ ਹੀ ਸ਼ਬਦਾਂ ਦੇ ਨਾਲ ਆਪ ਜੀ ਤੋਂ ਇਜਾਜ਼ਤ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ।